ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਤੋਂ ਠੀਕ ਪਹਿਲਾਂ ਕਥਿਤ ਟੈਂਟ ਘੁਟਾਲੇ ਨੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਚੂੜਾਂ ਹਿਲਾ ਦਿੱਤੀਆਂ ਹਨ। ਕਮੇਟੀ ਮੁਖੀ ਮਨਜਿੰਦਰ ਸਿੰਘ ਸਿਰਸਾ ਉੱਪਰ ਕਥਿਤ ਤੌਰ ਤੇ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕੋਰਟ ਦੇ ਹੁਕਮਾਂ ਤੋਂ ਬਾਅਦ FIR ਦਰਜ ਹੋ ਗਈ ਹੈ। ਇਸ ਮਾਮਲੇ ਵਿੱਚ ਟੈਂਟ ਖਰਚਿਆਂ ਉੱਪਰ ਕਰੀਬ 2 ਕਰੋੜ ਦੇ ਕਥਿਤ ਘਪਲਿਆਂ ਦੇ ਦੋਸ਼ ਲੱਗੇ ਹਨ। ਦਿੱਲੀ ਦੀ ਰੋਜ਼ ਐਵਨਿਊ ਅਦਾਲਤ ਦੇ ਹੁਕਮਾਂ ਪਿੱਛੋਂ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਗੁਰਦੁਆਰਾ ਗੋਲਕ ਵਿੱਚੋਂ ਫਰਜ਼ੀ ਬਿੱਲਾਂ ਦੇ ਭੁਗਤਾਨ ਤੇ ਹੋਰ ਹੇਰਾਫੇਰੀਆਂ ਦੇ ਦੋਸ਼ ਅਧੀਨ ਅਖੀਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਮਨਜਿੰਦਰ ਸਿੰਘ ਸਿਰਸਾ ਅਤੇ ਹੋਰਨਾਂ ਵਿਰੁੱਧ FIR ਦਰਜ ਕਰ ਲਈ ਹੈ। ਦਿੱਲੀ ਪੁਲਿਸ ਦੀ ਅਪਰਾਧ ਸ਼ਾਖਾ ਵੱਲੋਂ 10 ਨਵੰਬਰ ਨੂੰ ਸਿਰਸਾ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਰਨਾਂ ਪ੍ਰਬੰਧਕਾਂ ਨੇ ਧਾਰਾ 409, ਧਾਰਾ 420 ਅਤੇ ਧਾਰਾ 120B ਅਧੀਨ FIR ਨੰਬਰ 0183 ਦਰਜ ਕੀਤੀ ਗਈ ਹੈ। ਅਗਲੇ ਸਾਲ ਹੋਣ ਵਾਲੀਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਤੋਂ ਐਨ ਪਹਿਲਾਂ ਇਹ FIR ਦਰਜ ਹੋਣਾ ਸਿਰਸਾ ਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਲਈ ਵੱਡਾ ਸਿਆਸੀ ਝਟਕਾ ਹੈ। ਮਾਮਲੇ ਦੀ ਪੜਤਾਲ SI ਸ਼ਿਖਰ ਚੌਧਰੀ ਹਵਾਲੇ ਕੀਤੀ ਗਈ ਹੈ। FIR ਵਿੱਚ ਦਰਜ ਕੀਤਾ ਗਿਆ ਹੈ ਕਿ ਵਧੀਕ ਮੈਟਰੋਪੋਲੀਟਨ ਮੈਜਿਸਟ੍ਰੇਟ ਧਰਿੰਦਰ ਰਾਣਾ ਵੱਲੋਂ 7 ਨਵੰਬਰ ਨੂੰ ਦਿੱਤੇ ਗਏ ਹੁਕਮਾਂ ਪਿੱਛੋਂ ਸ਼ਿਕਾਇਤਕਰਤਾ ਭੁਪਿੰਦਰ ਸਿੰਘ ਵੱਲੋਂ ਦਿੱਤੀ ਗਈ ਸ਼ਿਕਾਇਤ ਤੇ FIR ਦਰਜ ਕੀਤੀ ਗਈ ਹੈ। FIR ਵਿੱਚ ਦਰਜ ਹੈ ਕਿ ਸਾਲ 2013 ਵਿੱਚ ਮਨਜਿੰਦਰ ਸਿੰਘ ਸਿਰਸਾ ਜੋ ਉਦੋਂ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਸਨ ਵੱਲੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਫੰਡਾਂ ਰਾਹੀਂ ਭਾਜਪਾ MP ਮਨੋਜ ਤਿਵਾਰੀ ਵੱਲੋਂ ਇੱਕ ਰੈਣ ਬਸੇਰਾ ਖੋਲ੍ਹਣ ਦੇ ਕਰਵਾਏ ਗਏ ਸਮਾਗਮ ਵਿੱਚ ਕੰਬਲਾਂ ਅਤੇ ਚਾਹ ਆਦਿ ਤੇ ਵੱਡੀ ਰਕਮ ਖਰਚ ਕੀਤੀ ਗਈ, ਜੋ ਕਿ ਦਿੱਲੀ ਸਿੱਖ ਗੁਰਦੁਆਰਾ ਐਕਟ 1971 ਦੀ ਉਲੰਘਣਾ ਹੈ, ਕਿਉਂਕਿ ਦਿੱਲੀ ਕਮੇਟੀ ਦਾ ਜਨਰਲ ਸਕੱਤਰ ਅਜਿਹੇ ਸਿਆਸੀ ਸਮਾਗਮ ਤੇ ਗੁਰਦੁਆਰਾ ਫੰਡ ਨਹੀਂ ਖਰਚ ਸਕਦਾ। ਇਹ ਨਹੀਂ, ਗੁਰਦੁਆਰਿਆਂ ਵਿੱਚ ਟੈਂਟ ਆਦਿ ਲਾਉਣ ਲਈ ਇੱਕ ਟੈਂਟ ਕੰਪਨੀ ਨੂੰ 17 ਲੱਖ ਤੇ ਹੋਰ ਰਕਮਾਂ ਦਾ ਭੁਗਤਾਨ ਕੀਤਾ ਗਿਆ, ਜੋ ਅਸਲ ਖਰਚ ਤੋਂ 10 ਗੁਣਾ ਵੱਧ ਹੈ। ਇਸ ਲਈ ਫਰਜ਼ੀ ਬਿੱਲ ਵੀ ਕੱਢੇ ਗਏ। ਅਦਾਲਤੀ ਹੁਕਮਾਂ ਵਿੱਚ ਅਜਿਹੇ ਕੁੱਲ 64 ਬਿੱਲਾਂ ਦਾ ਜ਼ਿਕਰ ਹੈ, ਜਿਨ੍ਹਾਂ ਦਾ ਭੁਗਤਾਨ ਮਨਜਿੰਦਰ ਸਿੰਘ ਸਿਰਸਾ ਦੀ ਅਖੌਤੀ ਪ੍ਰਵਾਨਗੀ ਨਾਲ ਰਾਈਜ਼ਿੰਗ ਬਾਲ ਵੈਂਡਿੰਗ ਐਂਡ ਪਾਰਟਨਰ ਨੂੰ ਹੋਣ ਬਾਰੇ ਚਰਚਾ ਹੈ। ਅਦਾਲਤੀ ਹੁਕਮਾਂ ਵਿੱਚ ਲਿਖਿਆ ਹੈ ਕਿ ਹੈਰਾਨੀ ਨਾਲ ਨੋਟ ਕੀਤਾ ਗਿਆ ਹੈ ਕਿ ਬਿੱਲਾਂ ਦੀ ਅਦਾਇਗੀ ਲੈਟਰ ਹੈਡ ਤੇ ਮੰਗੀ ਗਈ ਢੰਗ ਨਾਲ ਬਿੱਲ ਨਹੀਂ ਤਿਆਰ ਕੀਤੇ ਗਏ। ਅਜਿਹੇ ਹੀ ਬਿੱਲ ਰਾਜਾ ਟੈਂਟ ਐਂਡ ਡੈਕੋਰੇਸ਼ਨ ਨੂੰ ਦਿੱਤੇ ਗਏ, ਜਿਸ ਦੀ ਪ੍ਰਵਾਨਗੀ ਦਿੱਤੀ ਗਈ। ਪੁਲਿਸ ਪੜਤਾਲ ਵਿੱਚ ਦੋਹਾਂ ਟੈਂਟ ਵਾਲਿਆਂ ਨੇ ਮੰਨਿਆ ਕਿ ਉਨ੍ਹਾਂ ਕੋਲ ਸਰਵਿਸ ਟੈਕਸ ਨੰਬਰ ਨਹੀਂ ਹੈ। ਰਾਈਜ਼ਿੰਗ ਬਾਲ ਨੇ ਦਿੱਲੀ ਕਮੇਟੀ ਨੂੰ 2 ਕਰੋੜ ਦੀਆਂ ਸੇਵਾਵਾਂ ਦਿੱਤੀਆਂ, ਜਿਨ੍ਹਾਂ ਵਿੱਚੋਂ ਕਮੇਟੀ ਨੇ ਸਿਰਫ 70 ਲੱਖ ਅਦਾਇਗੀ ਕੀਤੀ ਅਤੇ 80 ਲੱਖ ਅਜੇ ਵੀ ਖੜਾ ਹੈ। ਆਪਣੇ ਖਿਲਾਫ FIR ਦਰਜ ਹੋਈ ਤਾਂ ਸਮੁੱਚੀ SGPC ਲੀਡਰਸ਼ਿਪ ਨੇ ਪਿਛਲੇ ਪ੍ਰਧਾਨ ਮਨਜੀਤ ਸਿੰਘ GK ਨੂੰ ਵੀ ਇੱਕ ਮਾਮਲੇ 'ਚ ਆਣ ਘੇਰਿਆ ਹੈ। ਇਲਜ਼ਾਮ ਸੰਗਤ ਦੇ ਪੈਸੇ ਦੀ ਦੁਰਵਰਤੋਂ ਦੇ ਲਾਏ ਗਏ ਹਨ। ਬਕਾਇਦਾ ਮੀਡੀਆ ਦੇ ਸਾਹਮਣੇ ਸਬੂਤ ਲੈ ਕੇ ਪੇਸ਼ ਹੋਏ ਦਿੱਲੀ ਕਮੇਟੀ ਦੀ ਲੀਡਰਸ਼ਿਪ ਨੇ ਵੱਡੇ ਇਲਜ਼ਾਮ ਲਗਾਏ ਹਨ। ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਤੇ ਜਨਰਲ ਸਕੱਤਰ ਹਰਮੀਤ ਸਿੰਘ ਕਾਲਕਾ ਨੇ ਦੱਸਿਆ ਕਿ ਪਟਿਆਲਾ ਹਾਊਸ ਕੋਰਟ ਦਿੱਲੀ ਦੀ ਅਦਾਲਤ ਨੇ ਜੱਜ ਪਵਨ ਸਿੰਘ ਰਾਜਾਵਤ ਨੇ ਦਿੱਲੀ ਕਮੇਟੀ ਦੇ ਤਤਕਾਲੀ ਪ੍ਰਧਾਨ ਮਨਜੀਤ ਸਿੰਘ GK ਵਿਰੁੱਧ ਕੇਸ ਦਰਜ ਕਰਕੇ ਉਹਨਾਂ ਦੀ ਹਿਰਾਸਤੀ ਪੁੱਛਗਿੱਛ ਕਰਨ ਤੇ ਉਹਨਾਂ ਦੀ ਰਿਹਾਇਸ਼ੀ ਤੇ ਹੋਣ ਟਿਕਾਣੇ ਦੀ ਤਲਾਸ਼ੀ ਲੈ ਜਾਣ ਦੇ ਹੁਕਮ ਦਿੱਤੇ ਹਨ, ਤਾਂ ਜੋ ਗੁਰੂ ਦੀ ਗੋਲਕ ਦਾ ਪੈਸਾ ਵਸੂਲਿਆ ਜਾ ਸਕੇ। ਸਿਰਸਾ ਤੇ ਕਾਲਕਾ ਨੇ ਦੱਸਿਆ ਕਿ ਅਦਾਲਤ ਨੇ ਇਹ ਵੀ ਮੰਨਿਆ ਕਿ ਸਰਦਾਰ GK ਤੇ ਉਹਨਾਂ ਦੇ PA ਪਰਮਜੋਤ ਜੀਵਨ ਸਿੰਘ ਨੇ 80 ਲੱਖ ਰੁਪਏ ਅਤੇ ਹਜ਼ਾਰਾਂ ਡਾਲਰ ਸੰਗਤ ਦਾ ਪੈਸਾ ਅੰਦਰ ਕੀਤਾ ਹੈ। ਉਹਨਾਂ ਕਿਹਾ ਕਿ ਅਦਾਲਤੀ ਹੁਕਮਾਂ 'ਚ ਸਪਸ਼ਟ ਕੀਤਾ ਗਿਆ ਹੈ ਕਿ ਸਰਦਾਰ GK ਨੇ ਖੁਦ ਅਤੇ ਆਪਣੇ PA ਰਾਹੀਂ ਗੁਰੂ ਦੀ ਗੋਲਕ ਦੀ ਲੁੱਟ ਕੀਤੀ ਹੈ। ਉਹਨਾਂ ਕਿਹਾ ਕਿ ਅਦਾਲਤ ਨੇ ਇਹ ਵੀ ਕਿਹਾ ਕਿ ਉਹਨਾਂ ਦੀ ਗ੍ਰਿਫਤਾਰੀ ਬਿਨਾਂ ਦੇਰੀ ਕੀਤੀ ਜਾਣੀ ਬਹੁਤ ਜ਼ਰੂਰੀ ਹੈ। ਉਸ ਦੀ ਹਿਰਾਸਤੀ ਪੁੱਛਗਿੱਛ ਹੋਣੀ ਚਾਹੀਦੀ ਹੈ ਤਾਂ ਜੋ ਲੁੱਟਿਆ ਪੈਸਾ ਬਰਾਮਦ ਕੀਤਾ ਜਾ ਸਕੇ। ਉਕਤ ਆਗੂਆਂ ਦੇ ਪ੍ਰੈਸ ਕਾਨਫਰੰਸ ਦੌਰਾਨ ਦਸਤਾਵੇਜ਼ਾਂ ਦੀਆਂ ਕਾਪੀਆਂ ਮੀਡੀਆ ਨੂੰ ਵਿਖਾਈਆਂ, ਜਿਨ੍ਹਾਂ ਰਾਹੀਂ GK ਤੇ ਉਹਨਾਂ ਦੇ PA ਨੇ 50 ਲੱਖ ਰੁਪਏ, 30 ਲੱਖ ਰੁਪਏ ਅਤੇ 13 ਲੱਖ 65 ਹਜ਼ਾਰ ਦੇ ਹਜ਼ਾਰਾਂ ਡਾਲਰ ਕਢਵਾਏ। ਉਹਨਾਂ ਦੱਸਿਆ ਕਿ ਕਿਵੇਂ GK ਨੇ ਧਰਮ ਪ੍ਰਚਾਰ ਦਾ ਬਹਾਨਾ ਬਣਾ ਕੇ ਦੌਰੇ ਕੀਤੇ। ਇਹ ਇਲਜ਼ਾਮ ਉਹਨਾਂ ਵੱਲੋਂ ਲਗਾਏ ਗਏ ਹਨ। ਹਾਲਾਂਕਿ ਮਨਜੀਤ ਸਿੰਘ GK ਵੱਲੋਂ ਇਹਨਾਂ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਿਰਆਧਾਰ ਦੱਸਿਆ ਗਿਆ ਹੈ। ਪਟਿਆਲਾ ਹਾਊਸ ਕੋਰਟ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ GK ਖਿਲਾਫ FIR ਦਰਜ ਕਰਨ ਦੇ ਦਿੱਤੇ ਹੁਕਮਾਂ ਉੱਤੇ GK ਨੇ ਪ੍ਰਤੀਕਰਮ ਸਾਹਮਣੇ ਆਇਆ ਹੈ। ਜਾਗੋ ਦੇ ਕੌਮਾਂਤਰੀ ਪ੍ਰਧਾਨ ਮਨਜੀਤ ਸਿੰਘ GK
ਜੀਕੇ ਨੇ ਇਸ ਮਾਮਲੇ ਵਿੱਚ ਕਮੇਟੀ ਮੈਂਬਰ ਜਗਦੀਪ ਸਿੰਘ ਕਾਹਲੋਂ ਵੱਲੋਂ ਆਪਣੇ ਖਿਲਾਫ ਕੀਤੀ ਗਈ ਸ਼ਿਕਾਇਤ ਅਤੇ ਅੱਜ FIR ਦਰਜ ਹੋਣ ਤੱਕ ਲੱਗੇ 1.5 ਸਾਲ ਦੌਰਾਨ ਵੱਖ-ਵੱਖ ਜਾਂਚ ਏਜੰਸੀਆਂ ਵੱਲੋਂ ਕੀਤੀ ਗਈ ਜਾਂਚ ਦੇ ਸਾਹਮਣੇ ਆਏ ਤੱਥਾਂ ਦੀ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ। ਨਾਲ ਹੀ ਕਿਹਾ ਕਿ ਇਲਜ਼ਾਮ ਲਾਉਣ ਵਾਲੇ ਸਬੂਤ ਦੇਣ ਵਿੱਚ ਫਾਡੀ ਸਾਬਤ ਹੋਏ ਹਨ। ਹੁਣ ਕੋਰਟ ਵਿੱਚ ਅਸੀਂ ਦੱਸਾਂਗੇ ਕਿ ਝੂਠ ਬੋਲਣ ਦਾ ਕੀ ਹਾਲ ਹੁੰਦਾ ਹੈ। ਜੀਕੇ ਨੇ ਦੱਸਿਆ ਕਿ ਕਮੇਟੀ ਵੱਲੋਂ ਉਹਨਾਂ ਦੇ ਖਿਲਾਫ 30 ਮਈ 2019 ਨੂੰ ਕਥਿਤ ਭ੍ਰਿਸ਼ਟਾਚਾਰ ਦੇ ਦਾਅਵੇ ਦੇ ਨਾਲ 4 ਇਲਜ਼ਾਮ ਲਗਾ ਕੇ ਥਾਣਾ ਨਾਰਥ ਐਵਨਿਊ ਵਿੱਚ ਸ਼ਿਕਾਇਤ ਦਿੱਤੀ ਗਈ ਸੀ, ਜਿਸ ਉੱਤੇ ਹੁਣ ਤੱਕ ਦਿੱਲੀ ਪੁਲਿਸ ਵੱਲੋਂ ਥਾਣਾ ਨਾਰਥ ਐਵਨਿਊ ਪ੍ਰਤੱਖ ਜਾਂਚ ਇਕਾਈ ਅਤੇ ਆਰਥਿਕ ਦੋਸ਼ ਸ਼ਾਖਾ ਜਾਂਚ ਖਤਮ ਕਰ ਚੁੱਕੇ ਹਨ, ਪਰ ਕਿਸੇ ਨੂੰ ਇਹਨਾਂ ਇਲਜ਼ਾਮਾਂ ਵਿੱਚ ਸੱਚਾਈ ਦੀ ਪੁਸ਼ਟੀ ਲਈ ਸਬੂਤ ਨਹੀਂ ਮਿਲੇ ਹਨ। ਜੀਕੇ ਨੇ ਹਾਲ ਹੀ ਵਿੱਚ ਆਰਥਿਕ ਦੋਸ਼ ਸ਼ਾਖਾ ਵੱਲੋਂ ਪਟਿਆਲਾ ਹਾਊਸ ਕੋਰਟ ਵਿੱਚ ਜਮ੍ਹਾਂ ਕਰਵਾਈ ਗਈ ਜਾਂਚ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦੱਸਿਆ ਕਿ ਮੇਰੇ ਖਿਲਾਫ ਇਹ ਦਾਅਵਾ ਕੀਤਾ ਗਿਆ ਸੀ ਕਿ ਮੇਰੇ ਪੀਏ ਪਰਮ ਜੀਵਨ ਜੋਤ ਸਿੰਘ ਨੇ 80 ਲੱਖ ਰੁਪਏ ਦੋ ਨਗਦੀ ਵਾਊਚਰ ਰਾਹੀਂ ਕੱਢੇ ਹਨ ਅਤੇ ਮੈਂ 13,65,000 ਰੁਪਏ ਕਿਸੇ ਨੂੰ ਆਵਾਜਾਈ ਖਰਚ ਸੰਬੰਧੀ ਦਿੱਤੇ ਹਨ। ਪਰ ਜਦੋਂ ਸ਼ਾਖਾ ਦੇ ਜਾਂਚ ਅਧਿਕਾਰੀਆਂ ਨੇ ਇਸ ਸਬੰਧ ਵਿੱਚ ਕਮੇਟੀ ਨੂੰ ਸਟਰੋਂਗ ਰੂਮ ਰਜਿਸਟਰ, ਨਗਦੀ ਰਜਿਸਟਰ ਅਤੇ ਲੇਜ਼ਰ ਪੇਸ਼ ਕਰਨ ਲਈ 26 ਅਗਸਤ 2020, 1 ਮਈ 2020, 22 ਸਤੰਬਰ 2020 ਅਤੇ 20 ਅਕਤੂਬਰ 2020 ਨੂੰ 4 ਨੋਟਿਸ ਭੇਜ ਕੇ ਸਬੂਤ ਮੰਗੇ ਤਾਂ ਕਮੇਟੀ ਨੇ ਕੋਈ ਸਬੂਤ ਨਹੀਂ ਦਿੱਤਾ। ਇਸ ਤਰ੍ਹਾਂ ਮੇਰੇ ਉੱਤੇ ਕਮੇਟੀ ਵੱਲੋਂ ਗੈਰ ਕਾਨੂੰਨੀ ਤਰੀਕੇ ਨਾਲ ਵਿਦੇਸ਼ੀ ਕਰੰਸੀ ਕੱਢਣ ਦੇ ਇਲਜ਼ਾਮ ਲਗਾਏ ਗਏ, ਪਰ ਜਦੋਂ ਜਾਂਚ ਹੋਈ ਤਾਂ ਉਸ ਵਿੱਚ ਕੋਈ ਗਲਤੀ ਹਾਸਲ ਨਹੀਂ ਹੋਈ। ਇਸ ਦੇ ਨਾਲ ਹੀ ਪਾਣੀ ਦੀ ਖਰੀਦ ਦੇ 2 ਬਿੱਲਾਂ ਨੂੰ ਝੂਠਾ ਦੱਸਿਆ ਗਿਆ ਸੀ, ਪਰ ਜਾਂਚਕਰਤਾ ਨੇ ਉਸ ਨੂੰ ਵੀ ਸਹੀ ਪਾਇਆ ਹੈ। ਜੀਕੇ ਨੇ ਕਿਹਾ ਕਿ ਆਰਥਿਕ ਦੋਸ਼ ਸ਼ਾਖਾ ਨੇ ਮੇਰੇ ਖਿਲਾਫ ਲੱਗੇ ਸਾਰੇ ਇਲਜ਼ਾਮਾਂ ਨੂੰ ਰੱਦ ਕਰ ਦਿੱਤਾ ਹੈ, ਪਰ ਅਦਾਲਤ ਨੇ FIR ਦਰਜ ਕਰਨ ਦੇ ਹੁਕਮ ਦਿੱਤਾ ਹੈ। ਇਸ ਲਈ ਅਦਾਲਤ ਦੇ ਫੈਸਲੇ ਉੱਤੇ ਸਵਾਲ ਚੁੱਕਣ ਦੀ ਬਜਾਏ ਮੇਰੇ ਵਕੀਲ ਇਸ ਫੈਸਲੇ ਉੱਪਰ ਅਦਾਲਤ ਵਿੱਚ ਚੁਣੌਤੀ ਦੇਣਗੇ ਕਿ ਜੀ 80 ਲੱਖ ਰੁਪਇਆ, 50 ਲੱਖ ਇੱਕ ਤੇ 30 ਲੱਖ ਰੁਪਇਆ ਇਹ ਮਨਜੀਤ ਸਿੰਘ ਕੈਸ਼ ਚੋਂ ਲੈ ਗਿਆ। ਹੁਣ ਮੈਂ ਇਹਨਾਂ ਨੂੰ ਪੁੱਛਦਾ ਕਿ 4 ਡਿਪਾਰਟਮੈਂਟਾਂ 'ਚੋਂ ਇਨਕੁਆਇਰੀ ਹੋ ਚੁੱਕੀ, ਤੁਸੀਂ ਕਾਗਜ਼ ਨਹੀਂ ਦੇ ਸਕੇ। ਮੈਂ ਤੁਹਾਨੂੰ ਪੁੱਛਦਾ ਕਿ ਕੋਈ ਆਰਡਰ ਦਿਖਾ ਦਿਓ ਮੇਰਾ, ਕੋਈ ਮੇਰੀ ਅਪਰੂਵਲ ਦਿਖਾਓ, ਕੋਈ ਮੇਰੇ ਦਸਤਖਤ ਦਿਖਾਓ। ਗੁਰਦੁਆਰਾ ਕਮੇਟੀ 'ਚ 1 ਰੁਪਇਆ ਨਹੀਂ ਨਿਕਲ ਸਕਦਾ। IO ਕੀ ਕਹਿ ਰਿਹਾ? EOW ਦਾ IO ਕਹਿੰਦਾ ਹੈ ਕਿ ਮੈਂ ਇਹਨਾਂ ਨੂੰ 4 ਨੋਟਿਸ ਦਿੱਤੇ। ਹੁਣ EOW ਦਾ ਚੌਥਾ ਡਿਪਾਰਟਮੈਂਟ ਹੈ, ਪਹਿਲੇ ਕਿੰਨੇ ਨੋਟਿਸ ਗਏ ਭੁੱਲ ਜਾਓ। ਕਹਿੰਦਾ ਮੈਂ 4 ਨੋਟਿਸ ਦਿੱਤੇ ਕਿ ਮੈਨੂੰ ਆਪਣਾ ਰਿਕਾਰਡ ਦਿਖਾਓ, ਮੈਨੂੰ ਆਪਣੇ ਸਟਰੋਂਗ ਰੂਮ ਦਾ ਲੈਜਰ ਦਿਖਾਓ, ਲੇਕਿਨ ਨਹੀਂ ਦਿਖਾ ਸਕੇ। ਅੱਜ ਤੱਕ ਨਹੀਂ ਦਿਖਾ ਸਕੇ। ਜਿਸ ਵੇਲੇ ਕੋਰਟ ਤੋਂ ਆਰਡਰ ਲੈ ਰਹੇ ਨੇ, ਇਸ ਵੇਲੇ ਤੱਕ ਇਹਨਾਂ ਨੇ ਕੋਈ ਸਬੂਤ ਨਹੀਂ ਦਿਖਾਇਆ। ਇਹ ਹੁਣ ਬਣਾਉਣਗੇ, ਕੀ ਕਰਨਗੇ? ਤੁਸੀਂ 1.5 ਸਾਲ ਕਿਉਂ ਨਹੀਂ ਦਿੱਤਾ? ਤੁਸੀਂ 4 ਅਲੱਗ-ਅਲੱਗ ਏਜੰਸੀਜ਼ ਤੋਂ ਇਨਕੁਆਇਰੀ ਕਰਾ ਲਈ, ਉਹਨਾਂ ਨੂੰ ਕਿਉਂ ਨਹੀਂ ਦਿੱਤਾ? ਉਹਦੇ ਬਾਅਦ ਪੁਲਿਸ ਕਹਿੰਦੀ ਹੈ ਕਿ ਸਾਨੂੰ ਇਹਨਾਂ ਨੇ ਰਿਪਲਾਈ ਤੱਕ ਨਹੀਂ ਦਿੱਤਾ। ਇਹ 80 ਲੱਖ ਦੇ ਜਿਹੜੇ ਵਾਊਚਰ ਦਿਖਾ ਰਹੇ ਨੇ, 30 ਲੱਖ ਪਲੱਸ 50 ਲੱਖ, ਇਹ ਉਹਦਾ ਜਵਾਬ ਹੈ। ਜਿਸ ਤਰ੍ਹਾਂ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਹਰੀਨਗਰ ਮਾਮਲੇ ਵਿੱਚ ਅਕਾਲੀ ਨੇਤਾ ਅਵਤਾਰ ਸਿੰਘ ਹਿੱਤ ਨੂੰ ਫਰਜ਼ੀ ਪੱਤਰ ਦੇਣ ਦੇ ਮਾਮਲੇ ਵਿੱਚ 10 ਲੱਖ ਰੁਪਏ ਗੁਰੂ ਤੇਗ ਬਹਾਦਰ ਤਕਨੀਕੀ ਸੰਸਥਾਨ ਦੇ ਨਾਮ ਉੱਤੇ ਕੱਢਣ ਦੇ ਮਾਮਲੇ ਵਿੱਚ ਸਿਰਸਾ ਸ੍ਰੀ ਅਕਾਲ ਤਖਤ ਸਾਹਿਬ ਉੱਤੇ ਝੂਠੇ ਸਾਬਿਤ ਹੋਏ ਹਨ, ਉਸੇ ਤਰ੍ਹਾਂ ਇਸ ਮਾਮਲੇ ਵਿੱਚ ਵੀ ਮੂੰਹ ਦਿਖਾਉਣਗੇ। ਜੀਕੇ ਨੇ ਦਿੱਲੀ ਕਮੇਟੀ ਦੇ ਘਪਲਿਆਂ ਦੀ ਜਾਂਚ ਤੋਂ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੱਥ ਪਿੱਛੇ ਖਿੱਚਣ ਨੂੰ ਲੈ ਕੇ ਵੀ ਸਵਾਲ ਚੁੱਕੇ ਹਨ। ਜੀਕੇ ਨੇ ਕਿਹਾ ਕਿ ਇੱਕ ਪਾਸੇ ਕਮੇਟੀ ਕਹਿੰਦੀ ਹੈ ਕਿ 13,65,000 ਮੈਂ ਕਿਸੇ ਨੂੰ ਦੇ ਦਿੱਤੇ, ਪਰ ਦੂਜੇ ਪਾਸੇ ਰਕਮ ਹਰਮੀਤ ਸਿੰਘ ਕਾਲਕਾ ਦੇ ਪੀਏ ਮੰਨੂ ਦੇ ਨਾਮ ਉੱਤੇ ਦਸਤੀ ਨਗਦੀ ਦੇ ਨਾਮ ਉੱਤੇ ਨਵੰਬਰ 2019 ਤੱਕ ਕਮੇਟੀ ਦੇ ਖਾਤਿਆਂ ਵਿੱਚ ਖੜੀ ਸੀ, ਜਿਸ ਨੂੰ ਕਮੇਟੀ ਦੇ ਅੰਤਰਿੰਗ ਬੋਰਡ ਨੇ ਨਵੰਬਰ 2019 ਵਿੱਚ ਮੰਨੂ ਦੇ ਨਾਮ ਤੋਂ ਹਟਾਇਆ ਹੈ। ਜੀਕੇ ਨੇ ਸਵਾਲ ਪੁੱਛਿਆ ਕਿ ਜੇਕਰ ਇਹ ਰਕਮ ਮੈਂ ਗਬਨ ਕੀਤੀ ਸੀ ਤਾਂ ਮੰਨੂ ਦੇ ਨਾਮ ਕਿਵੇਂ ਸੀ, ਮੰਨੂ ਦੇ ਨਾਮ ਤੋਂ ਵੱਟੇ ਖਾਤੇ ਵਿੱਚ ਕਿਵੇਂ ਪਈ? ਜੀਕੇ ਨੇ ਤੰਜ ਕੱਸਿਆ ਕਿ ਮੇਰੇ ਪੀਏ ਦੀ ਜ਼ਿੰਮੇਵਾਰੀ ਵੀ ਮੇਰੀ ਅਤੇ ਕਾਲਕਾ ਦੇ ਪੀਏ ਦੀ ਜ਼ਿੰਮੇਵਾਰੀ ਵੀ ਮੇਰੀ, ਪਰ ਸਬੂਤ ਦੇ ਨਾਮ ਉੱਤੇ ਕਮੇਟੀ ਕੁਝ ਨਹੀਂ ਦਿਖਾਵੇਗੀ ਕਿਉਂਕਿ ਸਿਰਸਾ ਨੇ ਮੂਰਖਤਾ ਅਤੇ ਆਪਣੇ ਘੱਟ ਗਿਆਨ ਨਾਲ ਕੌਮ ਦਾ ਮਜ਼ਾਕ ਬਣਾ ਕੇ ਰੱਖ ਦਿੱਤਾ ਹੈ। ਇਹ ਇਲਜ਼ਾਮ ਮਨਜੀਤ ਸਿੰਘ ਜੀਕੇ ਵੱਲੋਂ ਲਾਏ ਗਏ ਹਨ ਕਿ 30/5/19 ਤੁਸੀਂ 30/5/19 ਤੋਂ ਅੱਜ 1.5 ਸਾਲ ਤੱਕ ਤੁਸੀਂ ਅੱਜ ਤੱਕ ਕੋਈ ਰਿਕਾਰਡ ਨਹੀਂ ਦਿੱਤਾ। 4 ਜਗ੍ਹਾ ਤੇ ਟ੍ਰਾਂਸਫਰ ਹੋ ਗਈ। ਹੁਣ ਇਹਦੇ ਬਾਅਦ CBI ਰਹਿੰਦੀ, ਉਹਨੂੰ ਵੀ ਦੇ ਦਿਓ, ਉਹ ਇਨਕੁਆਇਰੀ ਕਰ ਲਏਗੀ। ਤੁਸੀਂ ਵੇਟ ਕਰ ਰਹੇ ਹੋ ਕਿ ਇਲੈਕਸ਼ਨਸ ਆ ਜਾਣ, ਕਿਉਂਕਿ ਇਲੈਕਸ਼ਨਸ ਆਣ ਗਿਆ ਮਨਜੀਤ ਸਿੰਘ ਨੂੰ ਸਾਬਤ ਕਰਾਂਗੇ ਕਿ ਮਨਜੀਤ ਸਿੰਘ ਤੂੰ ਇਹ ਦੇਖ ਗੜਬੜ ਕਰ ਗਿਆ। ਕੋਰਟ ਦਾ ਇਹ ਆਰਡਰ ਹੈ, ਇਹ ਕੋਰਟ ਦਾ ਆਰਡਰ ਮੈਂ ਸਮਝਦਾ ਵਾਂ ਮਾਨਯੋਗ ਕੋਰਟ ਦੇ, ਮੈਂ ਕੁਝ ਨਹੀਂ ਕਹਿਣਾ, ਪਰ ਇੱਕ ਆਰਡਰ ਨੂੰ ਚੈਲੰਜ ਕੀਤਾ ਜਾਏਗਾ ਕਿਉਂਕਿ ਇਹ ਕੋਰਟ ਦਾ ਆਰਡਰ
ਕਿਸੇ ਵੀ ਬੇਸਿਸ ਦੇ ਉੱਤੇ ਨਹੀਂ ਹੈ ਜੋ EOW ਦੀ ਫਾਈਂਡਿੰਗ। ਪਰ ਦਿਨ ਚੋਣਾਂ ਦੇ ਹਨ, ਸੋ ਇਹ ਮਾਮਲਾ ਹੁਣ ਸਿਆਸੀ ਰੰਗ ਲੈਣ ਲੱਗਾ ਹੈ। ਦਿੱਲੀ ਪੁਲਿਸ ਨੇ ਧੋਖਾਧੜੀ, ਜਾਲਸਾਜ਼ੀ ਅਤੇ ਧਾਂਦਲੀ ਵਰਗੇ ਗੰਭੀਰ ਮਾਮਲਿਆਂ ਵਿੱਚ ਅਦਾਲਤ ਦੇ ਹੁਕਮਾਂ ਅਨੁਸਾਰ ਦੂਜੀ ਸਭ ਤੋਂ ਵੱਡੀ ਸੰਸਥਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਖੀ ਮਨਜਿੰਦਰ ਸਿੰਘ ਸਿਰਸਾ ਖਿਲਾਫ ਕੇਸ ਦਰਜ ਕੀਤਾ ਤਾਂ ਵਿਰੋਧੀ ਧਿਰਾਂ ਨੇ ਹੁਣ ਤਲਵਾਰਾਂ ਸੂਤ ਲਈਆਂ ਹਨ। ਸ਼੍ਰੋਮਣੀ ਅਕਾਲੀ ਦਲ ਦਿੱਲੀ ਵੱਲੋਂ ਵੀ ਵੱਡੇ ਸਵਾਲ ਚੁੱਕੇ ਗਏ ਹਨ। ਇਸ ਮਾਮਲੇ ਨੂੰ ਲੈ ਕੇ ਲੰਬੀ ਕਾਨੂੰਨੀ ਲੜਾਈ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਵੱਡੇ ਇਲਜ਼ਾਮ ਲਗਾਏ ਹਨ। ਉਹਨਾਂ ਦਾ ਕਹਿਣਾ ਹੈ ਕਿ ਸਾਡੇ ਵਿਦਿਅਕ ਅਦਾਰੇ ਬਰਬਾਦ ਹੋਣ ਦੇ ਕਿਨਾਰੇ ਹਨ। ਅਧਿਆਪਕਾਂ ਨੂੰ 8-8 ਮਹੀਨਿਆਂ ਤੋਂ ਤਨਖਾਹਾਂ ਨਹੀਂ ਮਿਲੀਆਂ। ਇਸ ਦਾ ਮੁੱਖ ਕਾਰਨ ਭ੍ਰਿਸ਼ਟਾਚਾਰ ਹੈ। ਮੈਂ 123 ਕਰੋੜ ਦੀ FD ਛੱਡੀ ਸੀ ਜੋ ਅੱਜ ਗੁੰਮ ਹੈ। ਸਾਬਕਾ ਪ੍ਰਧਾਨ ਨੇ ਦੋਸ਼ ਲਾਇਆ ਹੈ ਕਿ ਜੇ ਗੁਰੂ ਦੀ ਗੋਲਕ ਨੂੰ ਉਸ ਦੇ ਰਾਜਨੀਤਿਕ ਜਲਸਿਆਂ ਤੇ ਇਸ ਤਰ੍ਹਾਂ ਉਡਾਇਆ ਜਾਵੇਗਾ, ਆਪਣੇ ਰਾਜਨੀਤਿਕ ਲਾਲਚ ਲਈ ਵਰਤਿਆ ਜਾਵੇਗਾ ਤਾਂ ਸਾਡੇ ਗੁਰੂ ਘਰਾਂ ਦੀ ਇਹੋ ਸਥਿਤੀ ਹੋਵੇਗੀ। ਸਰਨਾ ਨੇ ਮੰਗ ਕੀਤੀ ਹੈ ਕਿ ਉਹਨੇ ਸਾਬਤ ਹੋ ਗਿਆ ਹੈ ਕਿ ਅਖੌਤੀ ਅਪਰਾਧੀ ਸਾਡੇ ਧਰਮ ਨੂੰ ਬਰਬਾਦ ਕਰਨ ਦੇ ਰਾਹ ਤੇ ਹਨ। ਸੁਖਬੀਰ ਬਾਦਲ ਨੂੰ ਨੈਤਿਕਤਾ ਦੇ ਆਧਾਰ ਤੇ ਮਨਜਿੰਦਰ ਸਿੰਘ ਸਿਰਸਾ ਨੂੰ ਤੁਰੰਤ ਬਾਹਰ ਕਰ ਦੇਣਾ ਚਾਹੀਦਾ ਹੈ ਅਤੇ ਇਹ ਨਿਸ਼ਕਾਸ਼ਨ ਪਾਰਟੀ ਅਤੇ DSGMC ਦੋਵਾਂ ਅਹੁਦਿਆਂ ਤੋਂ ਹੋਣਾ ਚਾਹੀਦਾ ਹੈ। ਮੀਡੀਆ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਮੁੱਖ ਸਕੱਤਰ ਸਰਦਾਰ ਹਰਵਿੰਦਰ ਸਿੰਘ ਸਰਨਾ ਨੇ ਕਿਹਾ ਕਿ ਝੂਠ ਦੀ ਯਾਤਰਾ ਲੰਬੀ ਹੋ ਸਕਦੀ ਹੈ, ਪਰ ਇਹ ਜਿੱਥੋਂ ਸ਼ੁਰੂ ਹੁੰਦੀ ਹੈ ਉੱਥੇ ਹੀ ਖਤਮ ਹੁੰਦੀ ਹੈ। ਇਹਨਾਂ ਦੇ ਕੁਕਰਮਾਂ ਨੂੰ ਸੰਗਤ ਦੇ ਸਾਹਮਣੇ ਰੱਖਣ ਦੀ ਮੁਹਿੰਮ ਆਰੰਭ ਹੋ ਗਈ ਹੈ। ਹੁਣ ਇਸ ਨੂੰ ਅੰਤ ਤੱਕ ਲਿਜਾਇਆ ਜਾਵੇਗਾ। ਅੱਜ ਸਾਡੀ ਵਿਰਾਸਤ ਬਰਬਾਦ ਹੋਣ ਦੇ ਕਗਾਰ ਤੇ ਆ ਗਈ ਹੈ। ਅਧਿਆਪਕ, ਕਰਮਚਾਰੀ ਸੜਕਾਂ ਤੇ ਹਨ ਅਤੇ ਰਾਜਨੀਤੀ ਵਿੱਚ ਰੁੱਝੇ ਹੋਏ ਹਨ। ਪ੍ਰੈਸ ਕਾਨਫਰੰਸ ਵਿੱਚ ਪਾਰਟੀ ਦੇ ਸਕੱਤਰ ਜਨਰਲ ਗੁਰਮੀਤ ਸਿੰਘ ਛੰਟੀ, ਯੂਥ ਵਿੰਗ ਦੇ ਪ੍ਰਧਾਨ ਰਮਨਦੀਪ ਸਿੰਘ ਸੋਨੂ, ਦਿੱਲੀ ਕਮੇਟੀ ਮੈਂਬਰ ਸੁਖਬੀਰ ਸਿੰਘ ਕਾਲੜਾ, ਮੈਂਬਰ ਕੁਲਤਾਰ ਸਿੰਘ ਚਾਵਲਾ ਵਿੱਕੀ, ਸਰਦਾਰ ਮਨਜੀਤ ਸਿੰਘ ਸਰਨਾ, ਮਹਿਲਾ ਵਿੰਗ ਪੱਛਮੀ ਦਿੱਲੀ ਪ੍ਰਧਾਨ ਮਨਜੀਤ ਕੌਰ, ਜਨਰਲ ਸਕੱਤਰ ਹਰਮੀਤ ਕੌਰ, ਭੁਪਿੰਦਰ ਸਿੰਘ PR ਅਤੇ ਹੋਰ ਪਤਵੰਤੇ ਹਾਜ਼ਰ ਰਹੇ ਹਨ। ਤਾਂ ਇਹਨਾਂ ਇਲਜ਼ਾਮਾਂ ਤੋਂ ਬਾਅਦ ਦਿੱਲੀ ਵਿੱਚ ਸਿਆਸਤ ਭਖਦੀ ਹੁਣ ਨਜ਼ਰ ਆ ਰਹੀ ਹੈ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਤੇ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਜੇਕਰ ਤੁਹਾਨੂੰ ਸਾਡਾ ਇਹ ਉਪਰਾਲਾ ਚੰਗਾ ਲੱਗਾ ਹੈ ਤਾਂ ਇਸ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।